बीटीवी देख रहे ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। ਕੈਨੇਡਾ ਨੇ ਆਪਣੀ ਟਰੈਵਲ ਐਡਵਾਈਜ਼ਰੀ ਕੀਤੀ ਅਪਡੇਟ, ਭਾਰਤ 'ਚ ਗਏ ਕੈਨੇਡੀਅਨਸ ਨੂੰ ਸੁਚੇਤ ਰਹਿਣ ਦੀ ਕੀਤੀ ਅਪੀਲ। ਵੈਨਕੂਵਰ ਵਿੱਚ ਇੰਡੀਅਨ ਕੌਂਸਲੇਟ ਦੇ ਬਾਹਰ ਪ੍ਰਦਰਸ਼ਨ, ਖਾਲਿਸਤਾਨ ਲਹਿਰ ਦੇ ਸਮਰਥਕਾਂ ਨੇ ਕੌਂਸਲੇਟ ਦੇ ਬਾਹਰ ਲਹਿਰਾਏ ਝੰਡੇ। ਕੈਨੇਡਾ ਦੇ ਹਾਊਸ ਸਪੀਕਰ ਨੇ ਨਾਜ਼ੀਆਂ ਲਈ ਲੜਨ ਵਾਲੇ ਵਿਅਕਤੀ ਨੂੰ ਸ਼ਰਧਾਂਜਲੀ ਦੇਣ ਲਈ ਮੰਗੀ ਮਾਫੀ। ਯੂਐਨ ਨੇ ਯੂਕਰੇਨ ਵਿੱਚ ਰੂਸ ਵੱਲੋਂ ਕੀਤੀ ਗਈ ਜੰਗੀ ਅਪਰਾਧਾਂ ਦੀ ਕੀਤੀ ਨਿਖੇਧੀ, ਨਸਲਕੁਸ਼ੀ ਦੇ ਦੋਸ਼ਾਂ ਦੀ ਕੀਤੀ ਗਈ ਜਾਂਚ। ਹੁਣ ਖਬਰਾਂ ਵਿਸਥਾਰ ਨਾਲ। ਬ੍ਰਿਟਿਸ਼ ਕੋਲੰਬੀਆ ਵਿੱਚ ਕੈਨੇਡੀਅਨ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੇ ਕਤਲ ਨੂੰ ਲੈ ਕੇ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਵਧਣ ਦੇ ਮੱਦੇਨਜ਼ਰ ਕੈਨੇਡਾ ਨੇ ਭਾਰਤ ਵਿੱਚ ਆਪਣੇ ਨਾਗਰਿਕਾਂ ਲਈ ਆਪਣੀ ਟਰੈਵਲ ਐਡਵਾਈਜ਼ਰੀ 'ਚ ਅਪਡੇਟ ਕੀਤੀ ਹੈ। ਇੱਕ ਅਪਡੇਟ ਵਿੱਚ ਕੈਨੇਡੀਅਨ ਸਰਕਾਰ ਨੇ ਨਿੱਜਰ ਦੀ ਹੱਤਿਆ ਨਾਲ ਭਾਰਤੀ ਸਰਕਾਰੀ ਏਜੰਟਾਂ ਦੇ ਜੁੜੇ ਹੋਣ ਦੇ ਦੋਸ਼ਾਂ ਦੇ ਮੱਦੇਨਜ਼ਰ ਕੈਨੇਡਾ ਪ੍ਰਤੀ ਪ੍ਰਦਰਸ਼ਨਾਂ ਅਤੇ ਨਕਾਰਾਤਮਕ ਭਾਵਨਾਵਾਂ ਦੀ ਸੰਭਾਵਨਾ ਬਾਰੇ ਸਾਵਧਾਨ ਕੀਤਾ। ਅਪਡੇਟ ਕੀਤੀ ਗਈ ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਕੈਨੇਡਾ ਅਤੇ ਭਾਰਤ ਵਿੱਚ ਹਾਲ ਹੀ ਦੇ ਘਟਨਾਕ੍ਰਮ ਦੇ ਸੰਦਰਭ ਵਿੱਚ ਸੋਸ਼ਲ ਮੀਡੀਆ ਤੇ ਕੈਨੇਡਾ ਪ੍ਰਤੀ ਵਿਰੋਧ ਅਤੇ ਕੁਝ ਨਕਾਰਾਤਮਕ ਭਾਵਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਕਰਕੇ ਭਾਰਤ ਗਏ ਕੈਨੇਡੀਅਨ ਨਾਗਰਿਕ ਇਹਨਾਂ ਹਾਲਾਤਾਂ ਨੂੰ ਲੈ ਕੇ ਸੁਚੇਤ ਅਤੇ ਸਾਵਧਾਨ ਰਹਿਣ ਅਤੇ ਆਪਣਾ ਖਿਆਲ ਰੱਖਣ। ਇਹ ਉਦੋਂ ਹੋਇਆ ਜਦੋਂ ਨਵੀਂ ਦਿੱਲੀ ਨੇ ਕੈਨੇਡਾ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਲਈ ਇਸੇ ਤਰ੍ਹਾਂ ਦੀ ਸਲਾਹ ਜਾਰੀ ਕੀਤੀ ਸੀ ਅਤੇ ਪਿਛਲੇ ਹਫ਼ਤੇ ਦੇ ਅਖੀਰ ਵਿੱਚ ਵੀਜ਼ਾ ਸੇਵਾਵਾਂ ਨੂੰ ਰੋਕ ਦਿੱਤਾ ਸੀ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ 20 ਸਤੰਬਰ ਨੂੰ ਕਿਹਾ ਕਿ ਕੈਨੇਡਾ ਵਿੱਚ ਵੱਧ ਰਹੀਆਂ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਸਿਆਸੀ ਤੌਰ ਤੇ ਮਾਫ ਕੀਤੇ ਨਫ਼ਰਤੀ ਅਪਰਾਧਾਂ ਅਤੇ ਅਪਰਾਧਿਕ ਹਿੰਸਾ ਦੇ ਮੱਦੇਨਜ਼ਰ ਉੱਥੇ ਦੇ ਸਾਰੇ ਭਾਰਤੀ ਨਾਗਰਿਕਾਂ ਅਤੇ ਯਾਤਰਾ ਬਾਰੇ ਵਿਚਾਰ ਕਰਨ ਵਾਲਿਆਂ ਨੂੰ ਬਹੁਤ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾਂਦੀ ਹੈ। ਜੂਨ ਵਿੱਚ BC ਵਿੱਚ ਇੱਕ ਪ੍ਰਮੁੱਖ ਸਿੱਖ ਵੱਖਵਾਦੀ ਆਗੂ ਨਿੱਜਰ ਦੇ ਕਤਲ ਦੇ ਵਿਵਾਦ ਵਿੱਚ ਨਵੀਂ ਦਿੱਲੀ ਅਤੇ ਓਟਵਾ ਵੱਲੋਂ ਇੱਕ ਦੂਜੇ ਦੇ ਡਿਪਲੋਮੈਟਾਂ ਨੂੰ ਕੱਢੇ ਜਾਣ ਤੋਂ ਬਾਅਦ ਭਾਰਤ ਅਤੇ ਕੈਨੇਡਾ ਦਰਮਿਆਨ ਸੰਬੰਧ ਤੇਜ਼ੀ ਨਾਲ ਵਿਗੜ ਗਏ ਹਨ। ਜਿਵੇਂ ਕਿ ਕੂਟਨੀਤਿਕ ਵਿਵਾਦ ਡੂੰਘਾ ਹੁੰਦਾ ਜਾ ਰਿਹਾ ਹੈ, ਇੱਕ ਕੈਨੇਡੀਅਨ ਸਿੱਖ ਸਮੂਹ ਨੇ ਲੰਘੇ ਸੋਮਵਾਰ ਨੂੰ ਮੁੱਖ ਕੈਨੇਡੀਅਨ ਸ਼ਹਿਰਾਂ ਦੇ ਭਾਰਤੀ ਕੂਟਨੀਤਿਕ ਮਿਸ਼ਨਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਸਿੱਖ ਫॉर ਜਸਟਿਸ ਕੈਨੇਡਾ ਵਿੱਚ ਨਿੱਜਰ ਦੀ ਹੱਤਿਆ ਦੇ ਬਾਰੇ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਲਈ ਟੋਰਾਂਟੋ, ਓਟਵਾ ਅਤੇ ਵੈਨਕੂਵਰ ਵਿੱਚ ਪ੍ਰਦਰਸ਼ਨਾਂ ਦੀ ਯੋਜਨਾ ਬਣਾਈ ਜਾ ਰਹੀ ਹੈ, ਜਿਸ ਦੀ ਜਾਣਕਾਰੀ ਸੰਸਥਾ ਦੇ ਇੱਕ ਡਾਇਰੈਕਟਰ ਨੇ ਰੋਇਟਰਸ ਨੂੰ ਦਿੱਤੀ। ਇਸ ਦੌਰਾਨ ਓਟਵਾ ਨੇ ਭਾਰਤ ਲਈ ਯਾਤਰਾ ਸਲਾਹ ਦੇ ਆਪਣੇ ਪ੍ਰਵੇਸ਼ ਅਤੇ ਨਿਕਾਸ ਲੋੜਾਂ ਵਾਲੇ ਸੈਕਸ਼ਨ ਨੂੰ ਵੀ ਅਪਡੇਟ ਕੀਤਾ, ਇਹ ਕਹਿੰਦੇ ਹੋਏ ਕਿ 21 ਸਤੰਬਰ 2023 ਤੋਂ ਕੈਨੇਡਾ ਵਿੱਚ ਭਾਰਤੀ ਵੀਜ਼ਾ ਸੇਵਾਵਾਂ ਨੂੰ ਅਗਲੇ ਨੋਟਿਸ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ, ਜਿਸ ਦੀ ਨਵੀਨਤਮ ਜਾਣਕਾਰੀ ਲਈ BLS ਇੰਡੀਅਨ ਵੀਜ਼ਾ ਐਪਲੀਕੇਸ਼ਨ ਸੈਂਟਰ ਦੀ ਵੈਬਸਾਈਟ ਵੱਲ ਇਸ਼ਾਰਾ ਕੀਤਾ ਗਿਆ। ਵੈਨਕੂਵਰ ਪੁਲਿਸ ਨੇ ਸਿੱਖਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਵੇਖਦੇ ਹੋਏ ਬੀਤੇ ਦਿਨ ਵੈਸਟ ਕੋਰਡੋਵਾ ਅਤੇ ਵੈਸਟ ਹੇਸਟਿੰਗਸ ਸਟਰੀਟ ਦੇ ਵਿਚਕਾਰ ਹੋਵ ਸਟਰੀਟ ਨੂੰ ਸਾਰੇ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਸੀ। ਸਿੱਖ ਭਾਈਚਾਰੇ ਦੇ ਮੈਂਬਰ ਅਤੇ ਖਾਲਿਸਤਾਨ ਲਹਿਰ ਦੇ ਸਮਰਥਕ ਭਾਰਤੀ ਕੌਂਸਲੇਟ ਦੇ ਸਾਹਮਣੇ ਝੰਡੇ ਲਹਿਰਾਉਂਦੇ, ਢੋਲ ਵਜਾਉਂਦੇ ਅਤੇ ਖਾਲਿਸਤਾਨ ਦੇ ਨਾਅਰੇ ਲਗਾਉਂਦੇ ਦਿਖਾਈ ਦਿੱਤੇ। ਇੱਕ ਮੀਡੀਆ ਚੈਨਲ ਦੀ ਰਿਪੋਰਟ ਮੁਤਾਬਕ ਕੁਝ ਪ੍ਰਦਰਸ਼ਨਕਾਰੀਆਂ ਨੇ ਭਾਰਤੀ ਝੰਡੇ ਪਾੜ ਦਿੱਤੇ। ਇਸ ਪ੍ਰਦਰਸ਼ਨ ਦੌਰਾਨ ਇਲਾਕੇ ਵਿੱਚ ਕਰੀਬ 25 ਪੁਲਿਸ ਅਧਿਕਾਰੀਆਂ ਦੇ ਨਾਲ 50 ਪ੍ਰਦਰਸ਼ਨਕਾਰੀ ਮੌਜੂਦ ਰਹੇ। ਪ੍ਰਦਰਸ਼ਨ ਦੌਰਾਨ ਸਿੱਖ ਵੱਖਵਾਦੀਆਂ ਨੇ ਖਾਲਿਸਤਾਨ ਨਾਮਕ ਇੱਕ ਮਾਤ ਭੂਮੀ ਦੀ ਮੰਗ ਕੀਤੀ, ਜਿਸ ਦਾ ਅਰਥ ਹੈ ਪਵਿੱਤਰ ਧਰਤੀ, ਜਿਸ ਨੂੰ ਉਹਨਾਂ ਨੇ ਕਿਹਾ ਕਿ ਪੰਜਾਬ ਤੋਂ ਬਾਹਰ ਬਣਾਇਆ ਜਾਣਾ ਚਾਹੀਦਾ ਹੈ। ਜਾਣਕਾਰੀ ਮੁਤਾਬਕ ਵੈਨਕੂਵਰ ਵਿੱਚ ਭਾਰਤੀ ਕੌਂਸਲੇਟ ਸਮੇਤ ਕੈਨੇਡਾ ਭਰ ਦੇ ਭਾਈਚਾਰਿਆਂ ਵਿੱਚ ਸਿੱਖ ਭਾਈਚਾਰੇ ਦੇ ਮੈਂਬਰਾਂ ਵੱਲੋਂ ਵਿਰੋਧ ਪ੍ਰਦਰਸ਼ਨਾਂ ਦੀ ਯੋਜਨਾ ਬਣਾਈ ਗਈ ਸੀ। ਇਹ ਪ੍ਰਦਰਸ਼ਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪਿਛਲੇ ਹਫ਼ਤੇ ਦਿੱਤੇ ਬਿਆਨ ਤੋਂ ਬਾਅਦ ਹੋਇਆ, ਜਿਸ ਵਿੱਚ ਜਸਟਿਨ ਟਰੂਡੋ ਨੇ ਬਿਆਨ ਦਿੱਤਾ ਸੀ ਕਿ ਹਰਦੀਪ ਸਿੰਘ ਨਿੱਜਰ ਦੀ ਟਾਰਗੇਟਡ ਕਿਲਿੰਗ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਦੀ ਸ਼ਮੂਲੀਅਤ ਨੂੰ ਸਾਬਤ ਕਰਨ ਲਈ ਭਰੋਸੇਯੋਗ ਸਬੂਤ ਮੌਜੂਦ ਹਨ। ਜ਼ਿਕਰਯੋਗ ਹੈ ਕਿ ਸਰੀ ਵਿੱਚ 18 ਜੂਨ ਨੂੰ ਇੱਕ ਗੁਰਦੁਆਰੇ ਦੇ ਬਾਹਰ ਹਰਦੀਪ ਸਿੰਘ ਨਿੱਜਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿੱਥੇ ਜ਼ਿਆਦਾ ਆਬਾਦੀ ਸਿੱਖਾਂ ਦੀ ਹੈ। ਭਾਰਤ ਨੇ ਫੌਰੀ ਤੌਰ ਤੇ ਹੱਤਿਆ ਵਿੱਚ ਕਿਸੇ ਵੀ ਭੂਮਿਕਾ ਤੋਂ ਇਨਕਾਰ ਕੀਤਾ ਤੇ ਦੋਸ਼ਾਂ ਨੂੰ ਬੇਤੁਕਾ ਦੱਸਿਆ। ਇਹਨਾਂ ਦੋਸ਼ਾਂ ਨੇ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਪੈਦਾ ਕਰ ਦਿੱਤਾ ਤੇ ਦੋਵੇਂ ਦੇਸ਼ਾਂ ਨੇ ਡਿਪਲੋਮੈਟਾਂ ਨੂੰ ਕੱਢ ਦਿੱਤਾ ਹੈ ਅਤੇ ਨਵੀਂ ਦਿੱਲੀ ਨੇ ਕੈਨੇਡੀਅਨਸ ਲਈ ਵੀਜ਼ਾ ਵੀ ਮੁਅੱਤਲ ਕਰ ਦਿੱਤਾ ਹੈ। ਕੈਨੇਡਾ ਨੇ ਵੀ ਭਾਰਤ ਵਿੱਚ ਆਪਣੇ ਨਾਗਰਿਕਾਂ ਲਈ ਆਪਣੀ ਯਾਤਰਾ ਸਲਾਹਕਾਰ ਨੂੰ ਅਪਡੇਟ ਕੀਤਾ ਹੈ, ਕਿਉਂਕਿ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵੱਧ ਸਕਦਾ ਹੈ। ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਪ੍ਰਧਾਨ ਤਜਿੰਦਰ ਸਿੰਘ ਸਿੱਧੂ ਨੇ ਪਿਛਲੇ ਹਫ਼ਤੇ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਇੱਕ ਮੁੱਖ ਜਮਹੂਰੀ ਅਧਿਕਾਰ ਹੈ। ਹਾਲਾਂਕਿ ਅਸੀਂ ਸਿੱਖਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਸੁਚੇਤ ਰਹਿਣ ਲਈ ਉਤਸ਼ਾਹਿਤ ਕਰਦੇ ਹਾਂ। ਸਾਨੂੰ ਚਿੰਤਾ ਹੈ ਕਿ ਪ੍ਰਦਰਸ਼ਨਾਂ ਦੌਰਾਨ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਲਈ ਹਿੰਸਾ ਅਤੇ ਭੰਨਤੋੜ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਹਨ। BC ਦੇ ਦੱਖਣੀ ਅੰਦਰੂਨੀ ਹਿੱਸੇ ਵਿੱਚ 1000 ਕਿਲੋਮੀਟਰ ਸਾਈਕਲ ਚਲਾਉਣ ਵਾਲੇ ਪੁਲਿਸ ਅਧਿਕਾਰੀਆਂ ਨੇ RCMP ਦੇ ਕਾਪਸ ਫॉर ਕਿਡਸ ਚੈਰੀਟੇਬਲ ਫਾਊਂਡੇਸ਼ਨ ਲਈ $3,15,000 ਇਕੱਠੇ ਕੀਤੇ ਹਨ।
10 ਦਿਨਾਂ ਦੀ ਰਾਈਡ 8 ਤੋਂ 17 ਸਤੰਬਰ ਤੱਕ ਚੱਲੀ, ਜਿਸ ਵਿੱਚ ਸਵਾਰੀਆਂ ਦੀ ਟੀਮ ਇੱਕ ਦਿਨ ਵਿੱਚ ਲਗਭਗ 100 ਕਿਲੋਮੀਟਰ ਸਾਈਕਲ ਚਲਾਉਂਦੀ ਹੈ। ਇਹ ਰਾਈਡ ਕਲੋਨਾ ਤੋਂ ਸ਼ੁਰੂ ਹੋਈ ਅਤੇ ਦੱਖਣ ਵੱਲ ਪੈਂਟਿਕਟਨ, ਫਿਰ ਪੂਰਬ ਵੱਲ ਕ੍ਰੇਨਬਰੁਕ ਤੱਕ ਸੈਮਨ ਆਰਮ ਅਤੇ ਵਰਨਨ ਨੂੰ ਹੁੰਦੇ ਹੋਏ ਸੈਂਟਰਲ ਓਕਾਨਾਗਨ ਤੱਕ ਪਹੁੰਚੀ। ਪੁਲਿਸ ਦਾ ਕਹਿਣਾ ਹੈ ਕਿ ਰਾਈਡ ਦੁਆਰਾ ਇਕੱਠੇ ਕੀਤੇ ਗਏ ਪੈਸੇ ਉਹਨਾਂ ਬੱਚਿਆਂ ਦੀ ਮਦਦ ਕਰਨਗੇ ਜੋ ਕਿਸੇ ਡਾਕਟਰੀ, ਸਰੀਰਕ ਜਾਂ ਦੁਖਦਾਈ ਸੰਕਟ ਤੋਂ ਪੀੜਤ ਹਨ। इस साल दी राइड स्पॉन्सर थॉमस एलन बर्ड फाउंडेशन सी। इस साल दे ज्यादातर राइडर कलोना दे रहन वाले सन, जिन्हां विच पहले साल दे राइडर कांस्टेबल हैदर मोंटागिलियानी भी शामिल सी। मोंटागिलियानी ने कुछ महीनिਆਂ ਪਹਿਲਾਂ ਰਾਈਡ ਲਈ ਸਿਖਲਾਈ ਸ਼ੁਰੂ ਕੀਤੀ ਸੀ, ਪਰ ਜਦੋਂ ਮੈਕਡੂਗਲ ਕ੍ਰੀਕ ਜੰਗਲ ਦੀ ਅੱਗ ਸ਼ੁਰੂ ਹੋਈ ਤਾਂ ਉਸ ਨੂੰ ਆਪਣਾ ਸਮਾਂ ਵਿਵਸਥਿਤ ਕਰਨਾ ਪਿਆ। ਖਰਾਬ ਹਵਾ ਦੀ ਗੁਣਵੱਤਾ ਦੇ ਨਾਲ ਉਸ ਨੂੰ ਘਰ ਦੇ ਅੰਦਰ ਸਿਖਲਾਈ ਦੇਣੀ ਪਈ। ਹੈਦਰ ਮੋਂਟਾਗਲਿਆਨੀ ਨੇ ਕਿਹਾ ਕਿ ਮੈਂ ਹਮੇਸ਼ਾ ਇਹ ਰਾਈਡ ਕਰਨਾ ਚਾਹੁੰਦੀ ਸੀ। ਸਿਖਲਾਈ ਦੇ ਹਿੱਸੇ ਲਈ ਮੈਨੂੰ ਇਸ ਨੂੰ ਡਿਵਾਈਡ ਕਰਨ ਦੀ ਲੋੜ ਸੀ, ਇਸ ਲਈ ਅਪ੍ਰੈਲ ਵਿੱਚ ਮੈਂ ਹਫ਼ਤੇ ਵਿੱਚ 2 ਵਾਰ ਕੰਮ ਕਰਨ ਲਈ ਆਪਣੀ ਸਾਈਕਲ ਚਲਾਉਣੀ ਸ਼ੁਰੂ ਕੀਤੀ, ਫਿਰ ਵੀਕਐਂਡ ਤੇ ਕੁਝ ਲੰਬੀਆਂ ਰਾਈਡਾਂ ਕੀਤੀਆਂ। ਮੋਂਟਾਗਲਿਆਨੀ ਨੇ ਕਿਹਾ ਕਿ ਜਦੋਂ ਵਾਈਲਡਫਾਇਰ ਜ਼ਿਆਦਾ ਵੱਧ ਗਈ, ਮੈਨੂੰ ਘਰ ਦੇ ਅੰਦਰ ਜਾਣਾ ਪਿਆ ਅਤੇ ਬਾਈਕ ਟ੍ਰੇਨਰ ਦੀ ਵਰਤੋਂ ਕਰਨੀ ਪਈ। ਇਸ ਮੌਕੇ ਕਾਂਸਟੇਬਲ ਰੋਨਾਲਡ ਜਾਰਜ ਨੇ ਕਿਹਾ ਕਿ ਰਾਈਡ ਸੈਕੰਡਰੀ ਆਪਸ਼ਨ ਹੈ, ਬਾਹਰ ਨਿਕਲਣਾ ਅਤੇ ਅਜਿਹਾ ਕਰਨਾ ਬਹੁਤ ਵਧੀਆ ਹੈ। ਇਹਨਾਂ ਵਿੱਚੋਂ ਕੁਝ ਬੱਚੇ ਜੋ ਪਤਾ ਨਹੀਂ ਕਿੰਨੇ ਦਰਦ ਪੀੜਾ ਚੋਂ ਗੁਜ਼ਰ ਰਹੇ ਹਨ, ਉਸ ਦੀ ਤੁਲਨਾ ਵਿੱਚ ਅਸੀਂ ਥੋੜੇ ਜਿਹੇ ਦਰਦ ਵਿੱਚੋਂ ਲੰਘਦੇ ਹਾਂ। ਇਹ ਉਹਨਾਂ ਅਤੇ ਉਹਨਾਂ ਦੇ ਪਰਿਵਾਰਾਂ ਦਾ ਸਮਰਥਨ ਕਰਨ ਦਾ ਸਾਡੇ ਲਈ ਵਧੀਆ ਮੌਕਾ ਹੈ। ਜੇਕਰ ਤੁਸੀਂ ਕੋਪਸ ਫॉर ਕਿਡਸ ਰਾਈਡ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ, ਜਿਸ ਵਿੱਚ ਦਾਨ ਕਿਵੇਂ ਕਰਨਾ ਹੈ, ਇਹ ਸਾਰੀ ਜਾਣਕਾਰੀ ਆਨਲਾਈਨ ਉਪਲਬਧ ਹੈ। ਕੈਨੇਡਾ ਨੇ ਗੈਰ ਗਰਭਵਤੀ ਅਤੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਿਹਤਮੰਦ ਬਾਲਗਾਂ ਵਿੱਚ ਇਬੋਲਾ ਨੂੰ ਰੋਕਣ ਲਈ ਇੱਕ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦਾ ਕਹਿਣਾ ਹੈ ਕਿ ਸਿੰਗਲ ਡੋਜ਼ ਐਰਵੈਬੋ ਵੈਕਸੀਨ ਉਹਨਾਂ ਲੋਕਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਜੋ ਕੈਨੇਡਾ ਵਿੱਚ ਇਬੋਲਾ ਵਾਇਰਸ ਦੇ ਸੰਪਰਕ ਵਿੱਚ ਆਏ ਹਨ। ਏਜੰਸੀ ਦਾ ਕਹਿਣਾ ਹੈ ਕਿ ਸ਼ਾਰਟ ਰੂਟੀਨ ਟੀਕਾਕਰਨ ਲਈ ਨਹੀਂ ਹੈ, ਨਾ ਹੀ ਯਾਤਰਾ ਤੋਂ ਪਹਿਲਾਂ ਟੀਕਾਕਰਨ ਲਈ ਹੈ। ਉਹਨਾਂ ਨੇ ਜਾਣਕਾਰੀ ਦਿੱਤੀ ਕਿ ਇਸ ਦੀ ਵਰਤੋਂ ਗਰਭਵਤੀ ਜਾਂ ਇਮਿਊਨੋ ਕੰਪਰੋਮਾਈਜ਼ ਲੋਕਾਂ ਲਈ ਕੀਤੀ ਜਾ ਸਕਦੀ ਹੈ ਜੋ ਕਿਸੇ ਲੈਬ ਜਾਂ ਸਿਹਤ ਸੰਭਾਲ ਸੈਟਿੰਗ ਵਿੱਚ ਵਾਇਰਸ ਦੇ ਸੰਪਰਕ ਵਿੱਚ ਆਏ ਹਨ ਜਾਂ ਐਕਸਪੋਜ਼ਰ ਤੋਂ ਬਾਅਦ ਬੱਚਿਆਂ ਦੇ ਸੰਪਰਕ ਵਿੱਚ ਆਏ ਹਨ। PHAC ਦਾ ਕਹਿਣਾ ਹੈ ਕਿ ਵੈਕਸੀਨ ਦੀ ਵਰਤੋਂ ਅਸਾਧਾਰਨ ਸਥਿਤੀਆਂ ਵਿੱਚ ਵੀ ਕੀਤੀ ਜਾ ਸਕਦੀ ਹੈ ਜਦੋਂ ਸਿਹਤ ਸੰਭਾਲ ਕਰਮਚਾਰੀਆਂ ਦੀ ਇੱਕ ਟੀਮ ਪੁਸ਼ਟੀ ਕੀਤੇ ਲੱਛਣਾਂ ਵਾਲੇ ਲੋਕਾਂ ਦੀ ਸਿੱਧੀ ਦੇਖਭਾਲ ਦੀ ਉਮੀਦ ਕਰਦੀ ਹੈ, ਜਿਸ ਵਿੱਚ ਦਸਤ, ਉਲਟੀਆਂ, ਬੁਖਾਰ ਅਤੇ ਅੰਦਰੂਨੀ ਖੂਨ ਵਹਿਣਾ ਸ਼ਾਮਲ ਹੈ। ਜਾਣਕਾਰੀ ਮੁਤਾਬਕ ਬਹੁਤ ਜ਼ਿਆਦਾ ਛੂਤ ਵਾਲੀ ਬਿਮਾਰੀ ਸਰੀਰ ਦੇ ਤਰਲ ਜਿਵੇਂ ਕਿ ਖੂਨ ਅਤੇ ਥੁੱਕ ਦੇ ਸੰਪਰਕ ਤੋਂ ਬਾਅਦ ਫਲੂ ਵਰਗੇ ਲੱਛਣਾਂ ਨਾਲ ਸ਼ੁਰੂ ਹੁੰਦੀ ਹੈ ਅਤੇ 1970 ਦੇ ਦਹਾਕੇ ਤੋਂ ਕਈ ਅਫਰੀਕੀ ਦੇਸ਼ਾਂ ਵਿੱਚ ਲੋਕਾਂ ਨੂੰ ਸੰਕਰਮਿਤ ਕਰ ਚੁੱਕੀ ਹੈ। ਹਾਲਾਂਕਿ ਪਿਛਲੇ 2 ਦਹਾਕਿਆਂ ਵਿੱਚ ਅਫਰੀਕਾ ਤੋਂ ਬਾਹਰ ਬਹੁਤ ਘੱਟ ਅਜਿਹੇ ਮਾਮਲੇ ਸਾਹਮਣੇ ਆਏ ਹਨ। ਕੈਨੇਡਾ ਵਿੱਚ ਕਿਸੇ ਦੀ ਵੀ ਜਾਂਚ ਨਹੀਂ ਹੋਈ ਹੈ। ਮਰੀਜ਼ਾਂ ਵਿੱਚ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਅਲੱਗ ਕੀਤਾ ਜਾਂਦਾ ਹੈ ਤੇ ਡੀਹਾਈਡਰੇਸ਼ਨ ਨੂੰ ਰੋਕਣ ਲਈ ਤਰਲ ਪਦਾਰਥ ਦਿੱਤੇ ਜਾਂਦੇ ਹਨ, ਪਰ ਕੋਈ ਇਲਾਜ ਨਹੀਂ ਹੁੰਦਾ। PHAC ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਐਕਸਪੋਜ਼ਰ ਦਾ ਖਤਰਾ ਬਹੁਤ ਘੱਟ ਹੈ, ਪਰ ਲੈਬਾਂ ਜਾਂ ਸਿਹਤ ਸੰਭਾਲ ਸੈਟਿੰਗਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਵਧੇਰੇ ਜੋਖਮ ਹੁੰਦਾ ਹੈ, ਖਾਸ ਕਰਕੇ ਜੇ ਲਾਗ ਦੀ ਰੋਕਥਾਮ ਅਤੇ ਨਿਯੰਤਰਣ ਉਪਾਵਾਂ ਵਿੱਚ ਉਲੰਘਣਾ ਹੁੰਦੀ ਹੈ। ਸੰਯੁਕਤ ਰਾਜ ਨੇ 2019 ਵਿੱਚ ਐਰਵੇਬੋ ਨੂੰ ਮਨਜ਼ੂਰੀ ਦਿੱਤੀ ਅਤੇ ਉਦੋਂ ਤੋਂ ਘੱਟੋ ਘੱਟ ਇੱਕ ਕੇਸ ਉੱਥੇ ਰਿਪੋਰਟ ਕੀਤਾ ਗਿਆ ਹੈ। ਮਰਕ ਵੈਕਸੀਨ ਨੂੰ ਕੁਝ ਅਫਰੀਕੀ ਦੇਸ਼ਾਂ ਵਿੱਚ ਵੀ ਮਨਜ਼ੂਰੀ ਦਿੱਤੀ ਗਈ ਹੈ। ਹਾਊਸ ਆਫ ਕਾਮਨਸ ਦੇ ਸਪੀਕਰ ਐਂਥਨੀ ਰੋਟਾ ਨੇ ਨਾਜ਼ੀ ਜਰਮਨੀ ਲਈ ਲੜਨ ਵਾਲੇ ਯੂਕਰੇਨ ਦੇ ਦੂਜੇ ਵਿਸ਼ਵ ਯੁੱਧ ਦੇ ਬਜ਼ੁਰਗ ਨੂੰ ਸੱਦਾ ਦੇਣ ਅਤੇ ਸ਼ਰਧਾਂਜਲੀ ਦੇਣ ਲਈ ਲੰਘੇ ਸੋਮਵਾਰ ਨੂੰ ਫਿਰ ਤੋਂ ਮਾਫੀ ਮੰਗੀ। ਜਾਣਕਾਰੀ ਮੁਤਾਬਕ ਯਹੂਦੀ ਵਕਾਲਤ ਸੰਗਠਨਾਂ ਵੱਲੋਂ ਲੰਘੇ ਐਤਵਾਰ ਨੂੰ ਸੰਸਦ ਦੇ ਮੈਂਬਰਾਂ ਵੱਲੋਂ ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀ ਯੂਨਿਟ ਲਈ ਲੜਨ ਵਾਲੇ ਵਿਅਕਤੀ ਨੂੰ ਖੜੇ ਹੋ ਕੇ ਤਾੜੀਆਂ ਦੇਣ ਲਈ ਨਿੰਦਾ ਕੀਤੀ ਗਈ। ਜ਼ਿਕਰਯੋਗ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਦੀ ਲੰਘੇ ਸ਼ੁੱਕਰਵਾਰ ਨੂੰ ਓਟਵਾ ਫੇਰੀ ਦੌਰਾਨ ਸੰਸਦ ਮੈਂਬਰਾਂ ਨੇ 98 ਸਾਲਾ ਯਾਰੋਸਲਾਵ ਹੰਕਾ, ਜੋ ਕਿ ਪਹਿਲੀ ਯੂਕਰੇਨੀ ਡਿਵੀਜ਼ਨ ਲਈ ਲੜੇ ਸਨ, ਨੂੰ ਹਾਊਸ ਆਫ ਕਾਮਨਸ ਵਿੱਚ ਸਨਮਾਨਿਤ ਕੀਤਾ। ਹੰਕਾ ਨੂੰ ਸਪੀਕਰ ਐਂਥਨੀ ਰੋਟਾ ਨੇ ਸੱਦਾ ਦਿੱਤਾ, ਜਿਸ ਨੇ ਉਹਨਾਂ ਦੀ ਜਾਣ ਪਛਾਣ ਕਰਵਾਈ। ਓਨਟਾਰੀਓ ਦੇ MP ਨੇ ਕਿਹਾ ਸੀ ਕਿ ਮੈਨੂੰ ਇਹ ਕਹਿੰਦੇ ਹੋਏ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹ ਉੱਤਰੀ ਖਾੜੀ ਤੋਂ ਹੈ ਅਤੇ ਮੇਰੀ ਸਵਾਰੀ ਨਿਪਸਿੰਗ ਟਿਮਸਕਿਮਿੰਗ ਤੋਂ ਹੈ। ਉਹ ਇੱਕ ਯੂਕਰੇਨੀ ਹੀਰੋ, ਇੱਕ ਕੈਨੇਡੀਅਨ ਹੀਰੋ ਹੈ ਅਤੇ ਅਸੀਂ ਉਸ ਦੀ ਸਾਰੀ ਸੇਵਾ ਲਈ ਉਸ ਦਾ ਧੰਨਵਾਦ ਕਰਦੇ ਹਾਂ। ਇਸ ਮਾਮਲੇ 'ਚ ਮਾਫੀ ਮੰਗਦੇ ਹੋਏ ਸਪੀਕਰ ਐਂਥਨੀ ਰੋਟਾ ਨੇ ਕਿਹਾ ਕਿ ਉਸ ਨੂੰ ਆਪਣੇ ਫੈਸਲੇ ਤੇ ਪਛਤਾਵਾ ਹੈ ਅਤੇ ਉਸ ਦੇ ਸ਼ਬਦਾਂ ਦੇ ਨਾਲ ਜੇਕਰ ਕਿਸੇ ਦੇ ਵੀ ਦਿਲ ਨੂੰ ਡੂੰਗੀ ਸੱਟ ਵੱਜੀ ਹੈ, ਉਸ ਲਈ ਉਸ ਨੂੰ ਅਫਸੋਸ ਹੈ।
ਜਾਣਕਾਰੀ ਮੁਤਾਬਕ ਲੋਕਾਂ ਦੇ ਰੋਸ ਤੋਂ ਬਾਅਦ ਐਂਥਨੀ ਰੋਟਾ ਨੂੰ ਸਪੀਕਰ ਵਜੋਂ ਅਸਤੀਫਾ ਦੇਣ ਲਈ ਐਨਡੀਪੀ ਅਤੇ ਬਲੌਕ ਕਿਊਬੇਕੋਇਸ ਦੀਆਂ ਕੋਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਂਥਨੀ ਰੋਟਾ ਨੇ ਕਿਹਾ ਕਿ ਮੇਰਾ ਇਰਾਦਾ ਇਹ ਦਰਸਾਉਣਾ ਸੀ ਕਿ ਰੂਸ ਅਤੇ ਯੂਕਰੇਨ ਵਿਚਕਾਰ ਟਕਰਾਅ ਕੋਈ ਨਵਾਂ ਨਹੀਂ ਹੈ ਕਿ ਯੂਕਰੇਨੀਅਨ ਬਦਕਿਸਮਤੀ ਨਾਲ ਬਹੁਤ ਲੰਬੇ ਸਮੇਂ ਤੋਂ ਵਿਦੇਸ਼ੀ ਹਮਲੇ ਦੇ ਅਧੀਨ ਹਨ ਅਤੇ ਇਹ ਖਤਮ ਹੋਣਾ ਚਾਹੀਦਾ ਹੈ। ਪਰ ਬਾਅਦ ਵਿੱਚ ਮੈਂ ਹੋਰ ਜਾਣਕਾਰੀ ਤੋਂ ਜਾਣੂ ਹੋਇਆ ਜਿਸ ਕਾਰਨ ਮੈਨੂੰ ਇਸ ਵਿਅਕਤੀ ਨੂੰ ਪਛਾਣਨ ਦੇ ਆਪਣੇ ਫੈਸਲੇ ਤੇ ਪਛਤਾਵਾ ਹੋਇਆ ਹੈ। मैं सदन तो माफी मंगना चाहता हाँ। मैनू बहुत अफसोस है कि मैं अपने इशारे ਅਤੇ ਟਿੱਪਣੀਆਂ ਨਾਲ ਕਈਆਂ ਨੂੰ ਨਾਰਾਜ਼ ਕੀਤਾ ਹੈ। ਰੋਟਾ ਨੇ ਲੰਘੇ ਐਤਵਾਰ ਨੂੰ ਇੱਕ ਲਿਖਤੀ ਮਾਫੀਨਾਮਾ ਜਾਰੀ ਕੀਤਾ ਅਤੇ ਸੋਮਵਾਰ ਨੂੰ ਹਾਊਸ ਆਫ ਕਾਮਨਸ ਦੀ ਕਾਰਵਾਈ ਦੀ ਸ਼ੁਰੂਆਤ ਵਿੱਚ ਇੱਕ ਹੋਰ ਮਾਫੀਨਾਮਾ ਪੇਸ਼ ਕੀਤਾ। ਪਰ ਐਨਡੀਪੀ ਲਈ ਇਹ ਕਾਫੀ ਨਹੀਂ ਸੀ ਕਿਉਂਕਿ ਉਹਨਾਂ ਵੱਲੋਂ ਸਪੀਕਰ ਦੀ ਅਸਤੀਫੇ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ। ਸਾਊਥ ਈਸਟ ਕੈਲਗਰੀ ਦੇ ਗੁਆਂਢ ਵਿੱਚ ਇੱਕ 19 ਸਾਲਾ ਮੁੰਡੇ ਤੇ ਕਥਿਤ ਤੌਰ ਤੇ ਹਮਲਾ ਕਰਨ ਅਤੇ ਇੱਕ ਕਾਰ ਵਿੱਚ ਜ਼ਬਰਦਸਤੀ ਕੀਤੇ ਜਾਣ ਤੋਂ ਬਾਅਦ 3 ਆਦਮੀਆਂ ਤੇ ਇੱਕ ਨਾਬਾਲਗ ਤੇ ਹਮਲਾ ਅਤੇ ਅਗਵਾ ਕਰਨ ਦੇ ਦੋਸ਼ ਲੱਗੇ ਹਨ। ਜਾਣਕਾਰੀ ਮੁਤਾਬਕ ਅਧਿਕਾਰੀਆਂ ਨੂੰ 19 ਸਤੰਬਰ ਨੂੰ ਅਕੇਡੀਆ ਦੇ ਗੁਆਂਢ ਵਿੱਚ ਐਲਮੈਂਟ ਕ੍ਰੈਸੈਂਟ ਸਾਊਥ ਈਸਟ ਦੇ 9300 ਬਲਾਕ ਵਿੱਚ ਇਹ ਰਿਪੋਰਟਾਂ ਲਈ ਬੁਲਾਇਆ ਗਿਆ ਸੀ ਕਿ 4 ਲੋਕਾਂ ਦੁਆਰਾ ਗਲੀ ਵਿੱਚ ਕਿਸੇ ਵਿਅਕਤੀ ਤੇ ਹਮਲਾ ਕੀਤਾ ਜਾ ਰਿਹਾ ਹੈ ਅਤੇ ਉਸ ਨੂੰ ਘਸੀਟਿਆ ਜਾ ਰਿਹਾ ਹੈ। ਸੀਪੀਐਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀੜਤ ਨੂੰ ਕੁਝ ਹਮਲਾਵਰਾਂ ਨੇ ਇੱਕ ਕਾਰ ਵਿੱਚ ਜ਼ਬਰਦਸਤੀ ਬਿਠਾਇਆ ਸੀ ਅਤੇ ਪੁਲਿਸ ਅਧਿਕਾਰੀਆਂ ਦੇ ਆਉਣ ਤੋਂ ਪਹਿਲਾਂ ਇਹ ਗਰੁੱਪ ਉੱਥੋਂ ਭੱਜ ਗਿਆ ਸੀ। HAWCS ਸਮੇਤ ਪੁਲਿਸ ਯੂਨਿਟਾਂ ਨੇ ਕੈਨੀਅਨ ਮੀਡੋਜ਼ ਡਰਾਈਵ ਦੱਖਣ ਪੂਰਬ ਦੇ ਨੇੜੇ ਦੱਖਣ ਵੱਲ ਬੋ ਬੋਟਮ ਟ੍ਰੇਲ ਵੱਲ 2 ਸ਼ੱਕੀ ਵਾਹਨਾਂ ਦਾ ਪਤਾ ਲਗਾਇਆ। ਦੋਵੇਂ ਵਾਹਨ ਡੀਅਰ ਰਿਚ ਦੇ ਗੁਆਂਢ ਵਿੱਚ ਡੀਅਰ ਪੁਆਇੰਟ ਲੇਨ ਦੱਖਣ ਪੂਰਬ ਦੇ 200 ਬਲਾਕ ਵਿੱਚ ਰੁਕ ਗਏ ਅਤੇ ਅਧਿਕਾਰੀਆਂ ਨੇ 3 ਸ਼ੱਕੀਆਂ ਨੂੰ ਗ੍ਰਿਫਤਾਰ ਕਰ ਲਿਆ। ਹਮਲੇ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਉਸ ਦੀਆਂ ਸੱਟਾਂ ਦੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪੁਲਿਸ ਦੇ ਅਨੁਸਾਰ 2 ਵਾਹਨਾਂ ਦੀ ਤਲਾਸ਼ੀ ਲੈਣ ਮਗਰੋਂ ਕਾਰ ਵਿੱਚੋਂ 17.2 ਗ੍ਰਾਮ ਕ੍ਰੈਕ ਕੋਕੀਨ, 1.7 ਗ੍ਰਾਮ ਮੈਥਾਮਫੈਟਾਮਾਈਨ, ਬੀਅਰ ਸਪਰੇ, ਇੱਕ ਬੇਸਬਾਲ ਦਾ ਬੱਲਾ, ਇੱਕ ਹਥਿਆਰ ਅਤੇ ਚਾਕੂ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਹਾਲਾਂਕਿ ਪੁਲਿਸ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਚੌਥੇ ਸ਼ੱਕੀ ਵਿਅਕਤੀ ਨੂੰ ਕਿੱਥੇ ਗ੍ਰਿਫਤਾਰ ਕੀਤਾ ਗਿਆ। 3 ਨੌਜਵਾਨਾਂ ਅਤੇ ਇੱਕ 17 ਸਾਲ ਦੇ ਨਾਬਾਲਗ ਤੇ ਅਗਵਾ ਕਰਨ ਅਤੇ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਗਏ ਹਨ। 17 ਸਾਲਾ ਨੌਜਵਾਨ ਤੇ ਮਨਾਹੀ ਦੇ ਹੁਕਮਾਂ ਤੇ ਉਲਟ ਹਥਿਆਰ ਰੱਖਣ ਦਾ ਵੀ ਦੋਸ਼ ਲਗਾਇਆ ਗਿਆ ਹੈ। 4 ਮੁਲਜ਼ਮਾਂ ਨੂੰ ਇਸ ਹਫ਼ਤੇ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਸੁਤੰਤਰ ਸੰਯੁਕਤ ਰਾਸ਼ਟਰ ਸਮਰਥਿਤ ਮਨੁੱਖੀ ਅਧਿਕਾਰਾਂ ਦੇ ਮਾਹਰਾਂ ਨੇ ਕਿਹਾ ਕਿ ਉਹਨਾਂ ਨੇ ਰੂਸੀ ਫੌਜਾਂ ਦੁਆਰਾ ਯੂਕਰੇਨ ਦੇ ਖਿਲਾਫ ਆਪਣੀ ਲੜਾਈ ਵਿੱਚ ਕੀਤੇ ਗਏ ਜੰਗੀ ਅਪਰਾਧਾਂ ਦੇ ਲਗਾਤਾਰ ਸਬੂਤ ਪੇਸ਼ ਕੀਤੇ ਹਨ, ਜਿਸ ਵਿੱਚ ਤਸ਼ੱਦਦ ਵੀ ਸ਼ਾਮਲ ਹੈ, ਜਿਸ ਵਿੱਚ ਕੁਝ ਬੇਰਹਿਮੀ ਨਾਲ ਮੌਤ ਅਤੇ 83 ਸਾਲ ਤੱਕ ਦੀ ਉਮਰ ਦੀਆਂ ਔਰਤਾਂ ਦੇ ਬਲਾਤਕਾਰ ਦੇ ਕੇਸ ਵੀ ਸਾਹਮਣੇ ਆਏ ਹਨ। ਯੂਕਰੇਨ ਦੇ ਸੰਯੁਕਤ ਰਾਸ਼ਟਰ ਸੁਤੰਤਰ ਜਾਂਚ ਕਮਿਸ਼ਨ ਦੇ ਮੈਂਬਰਾਂ ਨੇ ਵੀ ਰੂਸੀ ਬਲਾਂ ਦੁਆਰਾ ਨਸਲਕੁਸ਼ੀ ਦੇ ਦੋਸ਼ਾਂ ਤੇ ਚਿੰਤਾ ਜ਼ਾਹਰ ਕੀਤੀ ਅਤੇ ਕਿਹਾ ਕਿ ਉਹ ਉਹਨਾਂ ਦੀ ਜਾਂਚ ਕਰ ਰਹੇ ਹਨ। ਟੀਮ ਨੇ ਕਿਹਾ ਕਿ ਇਸ ਦੇ ਸਬੂਤ ਦੋਵਾਂ ਪਾਸਿਆਂ ਤੋਂ ਕੀਤੇ ਗਏ ਅਪਰਾਧਾਂ ਨੂੰ ਦਰਸਾਉਂਦੇ ਹਨ, ਪਰ ਯੂਕਰੇਨੀ ਫੌਜਾਂ ਦੇ ਮੁਕਾਬਲੇ ਰੂਸੀ ਬਲਾਂ ਦੁਆਰਾ ਦੁਰਵਿਵਹਾਰ ਦੀ ਬਹੁਤ ਜ਼ਿਆਦਾ ਇੱਕ ਵਿਆਪਕ ਲੜੀ ਦੀ ਪੁਸ਼ਟੀ ਕੀਤੀ ਗਈ ਸੀ। ਕਮਿਸ਼ਨ ਨੇ ਮਨੁੱਖੀ ਅਧਿਕਾਰ ਪ੍ਰੀਸ਼ਦ ਨੂੰ ਇੱਕ ਜ਼ੁਬਾਨੀ ਅਪਡੇਟ ਵਿੱਚ ਆਪਣੇ ਤਾਜ਼ਾ ਨਤੀਜੇ ਪ੍ਰਦਾਨ ਕੀਤੇ। ਵਿਸਫੋਟਕ ਹਥਿਆਰਾਂ ਨਾਲ ਗੈਰ ਕਾਨੂੰਨੀ ਹਮਲਿਆਂ, ਜਿਨਸੀ ਅਤੇ ਲਿੰਗ ਆਧਾਰਿਤ ਹਿੰਸਾ ਅਤੇ ਯੁੱਧ ਵਿੱਚ ਹੋਰ ਅਪਰਾਧਾਂ ਬਾਰੇ ਆਪਣੇ ਨਿਰੀਖਣਾਂ ਨੂੰ ਪੇਸ਼ ਕੀਤਾ। ਰਿਪੋਰਟ ਵਿੱਚ ਪਾਇਆ ਗਿਆ ਕਿ ਤਸ਼ੱਦਦ ਦਾ ਮੁੱਖ ਨਿਸ਼ਾਨਾ ਉਹ ਲੋਕ ਸਨ ਜਿਨ੍ਹਾਂ ਤੇ ਯੂਕਰੇਨੀ ਬਲਾਂ ਲਈ ਮੁਖਬਰ ਹੋਣ ਦਾ ਦੋਸ਼ ਲਗਾਇਆ ਗਿਆ ਸੀ ਅਤੇ ਕਈ ਵਾਰ ਦੁਰਵਿਵਹਾਰ ਵਿੱਚ ਬਿਜਲੀ ਦੇ ਝਟਕਿਆਂ ਦੀ ਵਰਤੋਂ ਸ਼ਾਮਲ ਸੀ। ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਯੂਕਰੇਨ ਦੇ ਦੱਖਣੀ ਖੇਰਸਨ ਖੇਤਰ ਵਿੱਚ ਰੂਸੀ ਸੈਨਿਕਾਂ ਨੇ 19 ਤੋਂ ਲੈ ਕੇ 83 ਸਾਲ ਦੀ ਉਮਰ ਦੀਆਂ ਔਰਤਾਂ ਨਾਲ ਬਲਾਤਕਾਰ ਕੀਤਾ ਅਤੇ ਜਿਨਸੀ ਹਿੰਸਾ ਕੀਤੀ ਅਤੇ ਅਕਸਰ ਪਰਿਵਾਰਕ ਮੈਂਬਰਾਂ ਨੂੰ ਨਾਲ ਦੇ ਕਮਰੇ ਵਿੱਚ ਰੱਖਿਆ ਜਾਂਦਾ ਸੀ, ਇਸ ਲਈ ਉਹਨਾਂ ਨੂੰ ਸੁਣਨ ਲਈ ਮਜਬੂਰ ਕੀਤਾ ਜਾਂਦਾ ਸੀ। ਜੈਨੇਵਾ ਵਿੱਚ ਸੰਯੁਕਤ ਰਾਸ਼ਟਰ ਦੇ ਦਫ਼ਤਰ ਦੇ ਵਿਸ਼ਾਲ ਹਾਲ ਵਿੱਚ ਰੂਸ ਦਾ ਕੋਈ ਨੁਮਾਇੰਦਾ ਮੌਜੂਦ ਨਹੀਂ ਸੀ, ਜਿੱਥੇ ਕੌਂਸਲ ਦੀਆਂ ਟਿੱਪਣੀਆਂ ਸੁਣਨ ਲਈ ਮੀਟਿੰਗ ਕੀਤੀ ਜਾ ਰਹੀ ਸੀ। ਜਾਣਕਾਰੀ ਮੁਤਾਬਕ ਪਿਛਲੇ ਸਾਲ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਨੇ ਯੂਕਰੇਨ ਵਿੱਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਲੜਾਈ ਦਾ ਵਿਰੋਧ ਕਰਨ ਲਈ 47 ਮੈਂਬਰੀ ਦੇਸ਼ ਦੀ ਸੰਸਥਾ ਵਿੱਚ ਰੂਸ ਤੋਂ ਆਪਣੀ ਸੀਟ ਖੋਹ ਲਈ ਸੀ। ਪੱਤਰਕਾਰਾਂ ਨਾਲ ਗੱਲ ਕਰਦਿਆਂ ਮਾਹਰਾਂ ਨੇ ਕਿਹਾ ਕਿ ਉਹਨਾਂ ਨੂੰ ਰੂਸੀ ਪੱਖ ਤੋਂ ਕੋਈ ਫੀਡਬੈਕ ਨਹੀਂ ਮਿਲਿਆ ਹੈ, ਜਦੋਂ ਕਿ ਯੂਕਰੇਨੀ ਪੱਖ ਤੋਂ ਕਾਫੀ ਸਹਿਯੋਗ ਮਿਲ ਰਿਹਾ ਹੈ। ਅਜ਼ਰਬਾਈਜਾਨ ਫੌਜ ਵੱਲੋਂ ਟੁੱਟੇ ਹੋਏ ਖੇਤਰ ਤੇ ਪੂਰਾ ਕੰਟਰੋਲ ਮੁੜ ਹਾਸਲ ਕਰਨ ਤੋਂ ਬਾਅਦ ਹਜ਼ਾਰਾਂ ਆਰਮੀਨੀਆਈ ਨਗੋਰਨੋ ਕੈਰਬੈਕ ਨੂੰ ਛੱਡ ਕੇ ਚਲੇ ਗਏ ਹਨ, ਜਦੋਂ ਕਿ ਤੁਰਕੀ ਦੇ ਰਾਸ਼ਟਰਪਤੀ ਰੇਸੈਪ ਤਾਇਪ ਐਰਦੋਗਨ ਨੇ ਆਪਣੇ ਸਹਿਯੋਗੀ ਨੂੰ ਸਮਰਥਨ ਦੇਣ ਲਈ ਅਜ਼ਰਬਾਈਜਾਨ ਦਾ ਹਾਲ ਹੀ 'ਚ ਦੌਰਾ ਕੀਤਾ ਸੀ। ਅਜ਼ਰਬਾਈਜਾਨ ਫੌਜ ਨੇ ਪਿਛਲੇ ਹਫ਼ਤੇ 24 ਘੰਟਿਆਂ ਦੇ ਬਲਿਟਸ ਵਿੱਚ ਆਰਮੀਨੀਆਈ ਬਲਾਂ ਨੂੰ ਹਰਾਇਆ। ਵੱਖਵਾਦੀ ਅਧਿਕਾਰੀਆਂ ਨੂੰ 3 ਦਹਾਕਿਆਂ ਦੇ ਵੱਖਵਾਦੀ ਸ਼ਾਸਨ ਤੋਂ ਬਾਅਦ ਅਜ਼ਰਬਾਈਜਾਨ ਵਿੱਚ ਨਗੋਰਨੋ ਕੈਰਾਬੈਖ ਦੇ ਮੁੜ ਏਕੀਕਰਨ ਤੇ ਹਥਿਆਰ ਰੱਖਣ ਅਤੇ ਗੱਲਬਾਤ ਸ਼ੁਰੂ ਕਰਨ ਲਈ ਸਹਿਮਤ ਹੋਣ ਲਈ ਮਜਬੂਰ ਕੀਤਾ।
ਐਜ਼ਰਬਾਈਜਾਨ ਅਧਿਕਾਰੀਆਂ ਅਤੇ ਵੱਖਵਾਦੀ ਨੁਮਾਇੰਦਿਆਂ ਵਿਚਕਾਰ ਗੱਲਬਾਤ ਦਾ ਦੂਜਾ ਦੌਰ ਪਿਛਲੇ ਹਫ਼ਤੇ ਸ਼ੁਰੂਆਤੀ ਮੀਟਿੰਗ ਤੋਂ ਬਾਅਦ ਲੰਘੇ ਮੰਗਲਵਾਰ ਨੂੰ ਸ਼ੁਰੂ ਹੋਇਆ, ਜਦੋਂ ਕਿ ਐਜ਼ਰਬਾਈਜਾਨ ਨੂੰ ਇਸ ਖੇਤਰ ਵਿੱਚ ਨਸਲੀ ਆਰਮੀਨੀਆਈ ਲੋਕਾਂ ਦੇ ਅਧਿਕਾਰਾਂ ਦਾ ਸਨਮਾਨ ਕਰਨ ਅਤੇ 10 ਮਹੀਨਿਆਂ ਦੀ ਨਾਕਾਬੰਦੀ ਤੋਂ ਬਾਅਦ ਸਪਲਾਈ ਬਹਾਲ ਕਰਨ ਦਾ ਵਾਅਦਾ ਕੀਤਾ। ਬਹੁਤ ਸਾਰੇ ਸਥਾਨਕ ਨਿਵਾਸੀ ਬਦਲੇ ਤੋਂ ਡਰਦੇ ਸਨ ਅਤੇ ਕਿਹਾ ਕਿ ਉਹ ਆਰਮੇਨੀਆ ਜਾਣ ਦੀ ਯੋਜਨਾ ਬਣਾ ਰਹੇ ਸਨ। ਆਰਮੇਨੀਆ ਦੀ ਸਰਕਾਰ ਨੇ ਕਿਹਾ ਕਿ ਲੰਘੇ ਸੋਮਵਾਰ ਦੀ ਦੁਪਹਿਰ ਤੱਕ 4850 ਨਗੋਰਨੋ ਕੈਰਾਬੈਕ ਨਿਵਾਸੀ ਆਰਮੇਨੀਆ ਤੋਂ ਭੱਜ ਗਏ ਹਨ। ਫਲੋਰੀਡਾ ਵਿੱਚ ਇੱਕ ਵਿਸ਼ਾਲ ਮਗਰਮੱਛ ਨੂੰ ਉਸ ਵੇਲੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਦੋਂ ਇੱਕ ਰਾਹਗੀਰ ਨੇ ਇਸ ਦੇ ਜਬਾੜੇ ਵਿੱਚ ਮਨੁੱਖੀ ਸਰੀਰ ਦੇ ਅੰਗਾਂ ਨੂੰ ਲਿਜਾ ਰਹੇ ਦੇਖਿਆ। ਪਿਨੇਲਸ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਕਿਹਾ ਕਿ ਪ੍ਰਭਾਵਸ਼ਾਲੀ 13 ਫੁੱਟ 8.5 ਇੰਚ ਮਗਰਮੱਛ ਨੂੰ ਪਿਛਲੇ ਹਫ਼ਤੇ ਲਾਰਗੋ, ਫਲੋਰੀਡਾ ਵਿੱਚ ਇੱਕ ਨਹਿਰ ਵਿੱਚ ਤੈਰਦਿਆਂ ਦੇਖਿਆ ਗਿਆ ਸੀ। ਮਗਰਮੱਛ, ਜੋ ਕਥਿਤ ਤੌਰ ਤੇ ਮਨੁੱਖੀ ਧੜ ਦਾ ਕੁਝ ਹਿੱਸਾ ਲੈ ਕੇ ਜਾ ਰਿਹਾ ਸੀ, ਨੂੰ ਪੁਲਿਸ ਦੇ ਸੁਚੇਤ ਹੋਣ ਤੋਂ ਬਾਅਦ ਪਾਣੀ ਤੋਂ ਹਟਾ ਦਿੱਤਾ ਗਿਆ ਸੀ। ਪੁਲਿਸ ਨੇ ਕਿਹਾ ਕਿ ਮਗਰਮੱਛ ਨੂੰ ਮਨੁੱਖੀ ਢੰਗ ਨਾਲ ਮਾਰਿਆ ਗਿਆ ਸੀ। ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਦੇ ਅਵਸ਼ੇਸ਼ਾਂ ਨੂੰ ਗੋਤਾਖੋਰਾਂ ਦੁਆਰਾ ਖੋਜਿਆ ਗਿਆ ਅਤੇ ਜਲ ਮਾਰਗ ਤੋਂ ਹਟਾਇਆ ਗਿਆ ਅਤੇ ਲੰਘੇ ਸ਼ਨੀਵਾਰ ਨੂੰ ਲਾਸ਼ ਦੀ ਪਛਾਣ 41 ਸਾਲਾ ਸਬਰੀਨਾ ਪੇਖਮ ਵਜੋਂ ਹੋਈ। ਪੇਖਮ ਦੀ ਮੌਤ ਦਾ ਸਹੀ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਅਜੇ ਵੀ ਜਾਂਚ ਕਰ ਰਹੀ ਹੈ। ਅਦਾਲਤ ਦੇ ਦਸਤਾਵੇਜ਼ਾਂ ਦੇ ਅਨੁਸਾਰ ਪੇਖਮ, ਜੋ ਕਿ ਘਰ ਤੋਂ ਬਾਹਰ ਸੀ, ਨੂੰ ਜੁਲਾਈ ਵਿੱਚ ਕਾਉਂਟੀ ਵੈਟਲੈਂਡਸ ਵਿੱਚ ਘੁਸਪੈਠ ਕਰਨ ਲਈ ਤਾੜਨਾ ਕੀਤੀ ਗਈ ਸੀ, ਜਿੱਥੋਂ ਉਸ ਦੀ ਲਾਸ਼ ਲੱਭੀ ਗਈ ਸੀ। ਮਗਰਮੱਛ ਦੇ ਮੂੰਹ 'ਚ ਔਰਤ ਦੀ ਲਾਸ਼ ਦੇਖਣ ਵਾਲੇ ਵਿਅਕਤੀ ਨੇ ਦੱਸਿਆ ਕਿ ਮੈਂ ਐਲੀਗੇਟਰ ਤੇ ਇੱਕ ਪੱਥਰ ਇਹ ਦੇਖਣ ਲਈ ਸੁੱਟਿਆ ਕਿ ਇਹ ਸੱਚਮੁੱਚ ਇੱਕ ਐਲੀਗੇਟਰ ਸੀ ਅਤੇ ਜਦੋਂ ਉਸਨੇ ਦੇਖਿਆ ਤਾਂ ਐਲੀਗੇਟਰ ਇੱਕ ਸਰੀਰ ਨੂੰ ਖਿੱਚ ਰਿਹਾ ਸੀ, ਧੜ ਦੇ ਹੇਠਲੇ ਹਿੱਸੇ ਨੂੰ ਫੜ ਰਿਹਾ ਸੀ ਅਤੇ ਪਾਣੀ ਦੇ ਹੇਠਾਂ ਲਿਜਾ ਰਿਹਾ ਸੀ। ਵਿਅਕਤੀ ਨੇ ਕਿਹਾ ਕਿ ਉਸਨੇ ਪਹਿਲਾਂ ਆਪਣੇ ਫੋਨ 'ਚ ਇਸ ਭਿਆਨਕ ਦ੍ਰਿਸ਼ ਨੂੰ ਰਿਕਾਰਡ ਕੀਤਾ ਅਤੇ ਫਿਰ ਅਧਿਕਾਰੀਆਂ ਨੂੰ ਬੁਲਾਇਆ। ਉਸਨੇ ਦੇਖਿਆ ਜਦੋਂ ਪੁਲਿਸ ਅਤੇ ਜੰਗਲੀ ਜੀਵ ਅਧਿਕਾਰੀਆਂ ਨੇ ਮਗਰਮੱਛ ਦੀ ਗਰਦਨ ਦੁਆਲੇ ਇੱਕ ਰੱਸੀ ਬੰਨ੍ਹੀ ਅਤੇ ਉਸਨੂੰ ਪਾਣੀ ਵਿੱਚੋਂ ਬਾਹਰ ਕੱਢਣ ਲਈ ਇੱਕ ਪੁਲੀ ਦੀ ਵਰਤੋਂ ਕੀਤੀ। ਉਸਨੇ ਕਿਹਾ ਕਿ ਮਗਰਮੱਛ ਨੂੰ ਅਧਿਕਾਰੀਆਂ ਦੁਆਰਾ ਗੋਲੀ ਮਾਰ ਦਿੱਤੀ ਗਈ ਸੀ, ਫਿਰ ਸੁੱਕੀ ਜ਼ਮੀਨ ਤੇ ਫੈਲਾ ਕੇ ਪੂੰਛ ਤੋਂ ਲੈ ਕੇ ਮੂੰਹ ਤੱਕ ਉਸ ਨੂੰ ਮਾਪਿਆ ਗਿਆ ਸੀ। ਇਸ ਭਿਆਨਕ ਖੋਜ ਨੇ ਕਥਿਤ ਤੌਰ ਤੇ ਖੇਤਰ ਦੇ ਸਥਾਨਕ ਲੋਕਾਂ ਨੂੰ ਡਰਾ ਦਿੱਤਾ ਹੈ, ਜਿਨ੍ਹਾਂ ਵਿੱਚੋਂ ਬਹੁਤਿਆਂ ਨੇ ਕਿਹਾ ਕਿ ਉਹਨਾਂ ਦੇ ਬੱਚੇ ਅਕਸਰ ਨਹਿਰ ਦੇ ਕਿਨਾਰੇ ਜਾਂਦੇ ਰਹਿੰਦੇ ਹਨ। ਪੈਕਮ ਦੀ ਧੀ ਬਰੂਨਾ ਡੋਰਿਸ ਨੇ ਆਪਣੀ ਮਾਂ ਦੇ ਅੰਤਿਮ ਸੰਸਕਾਰ ਦੇ ਖਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ GoFundMe ਪੇਜ ਬਣਾਇਆ ਹੈ। ਇਸ ਲਿਖਤ ਵਿੱਚ ਹੁਣ ਤੱਕ GoFundMe ਤੇ $8500 ਦਾਨ ਕੀਤੇ ਜਾ ਚੁੱਕੇ ਹਨ। ਇੱਕ ਰਿਪੋਰਟ ਮੁਤਾਬਕ ਘਾਤਕ ਮਗਰਮੱਛ ਦੇ ਹਮਲੇ ਬਹੁਤ ਘੱਟ ਹੁੰਦੇ ਹਨ। ਔਸਤ ਅਮਰੀਕੀ ਮਗਰਮੱਛ ਦੱਖਣ ਪੂਰਬੀ ਸੰਯੁਕਤ ਰਾਜ ਵਿੱਚ ਪਾਇਆ ਜਾ ਸਕਦਾ ਹੈ ਅਤੇ ਆਮ ਤੌਰ ਤੇ ਸਿਰਫ 6 ਤੋਂ 12 ਫੁੱਟ ਲੰਬਾ ਹੁੰਦਾ ਹੈ। ਅੱਜ ਦੀਆਂ ਖਬਰਾਂ ਦੇ ਵਿੱਚ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV, ਬੀ ਪੋਜ਼ਿਟਿਵ, ਬੀ ਯੋਰਸੈਲਫ।